ਰੋਗਾਂ ਦੇ ਵਿੱਚ ਆਪਾਂ ਉਲਝੇ ਰਹਿੰਦੇ ਹਾਂ, ਫਿਰ ਉਸ ਪਰਮਾਤਮਾ ਨੂੰ ਦੋਸ਼ ਦੇਣਾ ਚਾਹੁੰਦੇ ਹਾਂ ਵੀ ਸ਼ਾਇਦ ਜੇ ਇਸ ਦੁੱਖ ਦਾ ਨਿਪਟਾਰਾ ਨਹੀਂ ਹੋ ਰਿਹਾ ਤਾਂ ਸ਼ਾਇਦ ਇਹ ਕੋਈ ਕਰਮਾਂ ਦਾ ਫਲ ਹੈ ਜਿਹਨੂੰ ਲੈ ਕੇ ਚੱਲਦੇ ਤਾਂ ਪਏ ਆ, ਪਰ ਉਸ ਨੂੰ ਕੱਟਣਾ ਵੀ ਚਾਹੁੰਦੇ ਆ, ਉਸ ਦੁੱਖ ਨੂੰ ਨਿਬੇੜਨਾ ਵੀ ਚਾਹੁੰਦੇ ਆ, ਪਰ ਉਸ ਤੋਂ ਬਾਵਜੂਦ ਵੀ ਕਈ ਕਮੀਆਂ ਐਸੀਆਂ ਆ ਜਾਂਦੀਆਂ ਜਿਹਨੂੰ ਨਿਭਾਉਂਦੇ ਨਿਭਾਉਂਦੇ ਇਨਸਾਨ ਥੱਕ ਜਾਂਦਾ, ਟੁੱਟ ਜਾਂਦਾ, ਹਾਰ ਜਾਂਦਾ। ਫਿਰ ਕਹਿ ਦਿੰਦੇ ਆ ਵੀ ਸ਼ਾਇਦ ਇਸ ਦੁੱਖ ਦਾ ਕੋਈ ਇਲਾਜ ਨਹੀਂ ਹੈਗਾ, ਇਸ ਦੁੱਖ ਦਾ ਨਿਪਟਾਰਾ ਨਹੀਂ ਹੁੰਦਾ। ਇਸ ਦੁੱਖ ਦੇ ਨਿਪਟਾਰੇ ਨਾਲ ਤਾਂ ਇਨਸਾਨ ਅੰਦਰੋਂ ਇਹ ਇੱਕ ਤਰ੍ਹਾਂ ਦੀ ਬੇਨਤੀ ਕਰ ਦਿੰਦਾ, ਅਰਦਾਸ ਕਰ ਦਿੰਦਾ ਔਰ ਬੋਲ ਦਿੰਦਾ ਵੀ ਇਹਨਾਂ ਤਾਂ ਪਰਮਾਤਮਾ ਚੱਕ ਲਵੇ, ਪਰ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਦੁਖੀ ਹੋਇਆ ਇਨਸਾਨ ਕੋਸ਼ਿਸ਼ ਕਰ ਵੀ ਨਹੀਂ ਸਕਦਾ, ਰਾਸਤਾ ਨਹੀਂ ਲੱਭਦਾ। ਅੱਜ ਦਾ ਟਾਈਮ ਹੈ ਜਿਹੜਾ ਸਾਰੇ ਦੁੱਖ ਦੇਣ ਵਾਲੇ ਹੀ ਨੇ, ਤੋੜਨ ਵਾਲਾ ਕੋਈ ਨਹੀਂ ਹੈਗਾ। ਕੋਈ ਕਿਸੇ ਨੂੰ ਅਗਰ ਸਮਝਾਉਂਦਾ ਪਿਆ ਵੀ ਭਾਈ ਰੋਗ ਹੈ, ਦੁੱਖ ਹੈ, ਤਕਲੀਫ ਹੈ, ਕਸ਼ਟ ਹੈ, ਇਹਨੂੰ ਤੋੜਨ ਵਾਸਤੇ ਉਸ ਪਰਮਾਤਮਾ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ। ਉਹ ਕਿਸੇ ਵੀ ਦਰ ਤੇ ਜੁੜ ਜਾ ਤਾਂ ਉਹਨੂੰ ਦਿਲੋਂ ਮੰਨ ਲੈ। ਕਿੰਨੀ ਕੁ ਦੇਰ ਉਹ ਗੱਲਬਾਤ ਦਿਲ ਨੂੰ ਲੱਗੂਗੀ ਵੀ ਆਪਾਂ ਉਸ ਪਰਮਾਤਮਾ ਦੇ ਨਾਲ ਜੁੜਾਂਗੇ ਤਾਂ ਜ਼ਰੂਰ, ਪਰ ਕਿਵੇਂ ਦਾ ਜੁੜਾਂਗੇ ਪਤਾ ਨਹੀਂ। ਜਦ ਇਨਸਾਨ ਆਪ ਉਸ ਪਰਮਾਤਮਾ ਕੰਨੀ ਦੀ ਜੁੜਨ ਦੀ ਕੋਸ਼ਿਸ਼ ਕਰਦਾ ਫਿਰ ਆਪੇ ਢੇਰੀ ਬਣਾ ਲੈਂਦਾ ਔਰ ਆਪੇ ਢੇਰੀ ਢਾ ਲੈਂਦਾ। ਫਿਰ ਉਹਨੂੰ ਇਹ ਲੱਗਦਾ ਹੈ ਵੀ ਇਹ ਦੁੱਖ ਨੇ ਜਿਹੜੇ ਵੀ ਮੇਰੇ ਨਿਬੇੜਿਆਂ ਨਹੀਂ ਨਿਬੜਨੇ। ਫਿਰ ਉਹ ਕਿਸੇ ਦਾ ਸਹਾਰਾ ਲੈਣਾ ਚਾਹੁੰਦਾ ਤਾਂ ਕਰਦੇ ਕਰਾਉਂਦੇ ਉਮਰ ਨਿਕਲ ਜਾਂਦੀ ਹੈ ਤਾਂ ਉਹ ਸਹਾਰਾ ਵੀ ਨਹੀਂ ਮਿਲਦਾ। ਤਾਂ ਅੱਜ ਦਾ ਟਾਈਮ ਇਹ ਹੈ ਵੀ ਕਮੀਆਂ ਘਾਟਾਂ ਚੋਂ ਬਾਹਰ ਨਿਕਲਣ ਵਾਸਤੇ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ। ਇਹ ਲੱਗਦਾ ਕਿਸੇ ਉੱਤੇ ਕੋਈ ਰੋਗ ਆ ਵੀ ਗਿਆ ਤਾਂ ਉਸ ਨੂੰ ਦੁਨੀਆ ਦੀ ਨਜ਼ਰ 'ਚ ਹੋਰ ਢੰਗ ਦਾ ਦੇਖਿਆ ਜਾਂਦਾ। ਉਹ ਦੇਖਿਆ ਜਾਂਦਾ ਵੀ ਇਹਨੇ ਅੰਤ ਦੁਖੀ ਜਿਹੜਾ ਹੈਗਾ ਉਹਦਾ ਦੁੱਖ ਤਾਂ ਜਿਹੜਾ ਹੈਗਾ ਉਹ ਨਹੀਂ ਦੇਖਿਆ ਜਾਂਦਾ, ਪਰ ਉਹਨੂੰ ਹੋਰ ਅੰਤ ਦੁਖੀ ਕਰਨ ਵਾਸਤੇ ਕੁਝ ਬੋਲ ਨੇੜੇ ਬੋਲ ਦਿੰਦੇ ਨੇ। ਉਹ ਵੀ ਖਾਸ ਕਰਕੇ ਨੇੜੇ ਵਾਲੇ, ਕਿਉਂਕਿ ਉਹਨਾਂ ਦੀ ਪਹੁੰਚ ਨੇੜੇ ਵਾਲਿਆਂ ਦੀ ਜ਼ਿਆਦਾ ਹੁੰਦੀ ਹੈ। ਫਿਰ ਉਹ ਕਹਿ ਦਿੰਦੇ ਨੇ ਇਲਾਜ ਕਰਵਾਇਆ ਕਿ ਨਹੀਂ ਕਰਵਾਇਆ, ਕੀ ਲੱਗਦਾ ਪਿਆ ਇਹ ਦੁਨੀਆ ਤੋਂ ਸਾਰਿਆਂ ਨਾਲੋਂ ਵੱਡਾ ਹਸਪੀਟਲ ਜਿਹੜਾ ਹੈਗਾ ਉਹ ਕਿੱਥੇ ਹੋਊਗਾ? ਉਹ ਪਰਮਾਤਮਾ ਦਾ ਦਰ ਹੈ ਜਿੱਥੇ ਜਾ ਕੇ ਸੁੱਖ ਵੀ ਦੁੱਖ ਵੀ ਦੋਨੇ ਚੀਜ਼ਾਂ ਦਾ ਨਿਪਟਾਰਾ ਹੁੰਦਾ। ਸੁੱਖ ਦਾ ਇੱਕਣਾ ਹੁੰਦਾ ਵੀ ਵਿਆਹ ਸ਼ਾਦੀ ਆ ਗਿਆ, ਕੋਈ ਬੱਚਾ ਘਰ 'ਚ ਜੀ ਵਧੀਆ ਆ ਗਿਆ ਤਾਂ ਆਪਾਂ ਖੁਸ਼ ਵੀ ਉੱਥੇ ਜਾ ਕੇ ਹੋਣੀ, ਅਰਦਾਸ ਵੀ ਕਰਨੀ ਹੈ, ਬੇਨਤੀ ਵੀ ਕਰਨੀ। ਆ ਦੁੱਖ ਦੀ ਘੜੀ ਵੀ ਉੱਥੇ ਜਾ ਕੇ ਹੀ, ਉਹ ਅੰਤਿਮ ਅਰਦਾਸ ਆ ਜਿਹੜੀ ਉੱਥੇ ਜਾ ਕੇ ਹੀ ਹੁੰਦੀ ਆ, ਉਸ ਦਰ ਦੇ ਉੱਤੇ, ਪਰਮਾਤਮਾ ਦੇ ਉੱਤੇ। ਜਿਹਨੂੰ ਲੱਗਦਾ ਪਿਆ ਵੀ ਦੁੱਖ ਔਰ ਸੁੱਖ ਦਾ ਦੋਨਾਂ ਦਾ ਰਾਸਤਾ ਇੱਕੋ ਹੈ। ਉੱਥੇ ਗਮੀਆਂ ਘਾਟਾਂ ਜਿੰਨੀਆਂ ਵੀ ਆਉਂਦੀਆਂ ਨੇ, ਇਹ ਕਮੀ ਘਾਟ ਆਉਂਦੀ ਕਾਹਦਾ? ਜਦ ਇਨਸਾਨ ਥੱਕ ਜਾਂਦਾ, ਟੁੱਟ ਜਾਂਦਾ, ਹਾਰ ਜਾਂਦਾ ਤਾਂ ਦੁੱਖ ਜ਼ਿਆਦਾਤਰ ਕਿਹਨੂੰ ਹੁੰਦਾ? ਉਸ ਪਰਿਵਾਰ ਦੇ ਜੀਆਂ ਨੂੰ ਹੁੰਦਾ। ਹੋਰ ਲੱਗਦਾ ਹੈ ਮੂਹਰੇ ਆਉਣ ਵਾਲੇ, ਅੱਗੇ ਆਉਣ ਵਾਲੇ, ਕੁਛ ਪਰਿਵਾਰ ਸੁਣਾਉਣ ਵਾਲੇ ਉਹਦੇ ਆਪਦੇ ਤਾਂ ਦੁੱਖ ਦੇਣੇ ਆਉਂਦੇ ਹੁੰਦੇ ਨੇ, ਨਿਬੇੜਨ ਨਹੀਂ ਆਉਂਦੇ। ਦੇਖਿਆ ਜਾਂਦਾ ਜ਼ਿਆਦਾਤਰ ਦੁੱਖ ਦੀ ਘੜੀ ਤੋਂ ਬਾਅਦ ਆ ਕੇ ਕੋਈ ਨਹੀਂ ਖੜਦਾ। ਜਦੋਂ ਘਟਨਾ ਵਾਪਰ ਜਾਂਦੀ ਹੈ ਫਿਰ ਕੋਈ ਜਾ ਕੇ ਨਹੀਂ ਖੜਦਾ, ਫਿਰ ਕੋਈ ਜਾ ਕੇ ਨਹੀਂ ਪੁੱਛਦਾ। ਜਿਹਦਾ ਕੋਈ ਉੱਪਰ ਸਿਰ ਦੇ ਉੱਤੇ ਹੱਥ ਨਹੀਂ ਹੈਗਾ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਪਰਮਾਤਮਾ ਉਹਦੇ ਕੰਨੀ ਧਿਆਨ ਰੱਖਦਾ, ਪਰਮਾਤਮਾ ਉਹਨੂੰ ਡੁੱਬਣ ਨਹੀਂ ਦਿੰਦਾ, ਡਮਾਡੋਲ ਨਹੀਂ ਹੋਣ ਦਿੰਦਾ, ਤਾਂ ਪਰਮਾਤਮਾ ਉਹਦੀ ਬਾਂਹ ਫੜ ਲੈਂਦਾ, ਹੱਥ ਫੜ ਲੈਂਦਾ। ਰੋਗ ਦੁੱਖ ਤਕਲੀਫਾਂ ਕਸ਼ਟ ਦਾ ਕਾਰਨ ਕੋਈ ਵੀ ਹੋਵੇ, ਪਰ ਕਹਿ ਦਿੰਦੇ ਆ, ਕਹਿੰਦੇ ਇਲਾਜ ਕਰਵਾਇਆ ਕਿ ਨਹੀਂ ਕਰਵਾਇਆ? ਜੇ ਨਹੀਂ ਕਰਵਾਇਆ ਤਾਂ ਸ਼ਾਇਦ ਵੱਡੇ ਹਸਪੀਟਲ 'ਚ ਜਾਣਾ ਸੀ, ਪਰ ਉਸ ਪਰਮਾਤਮਾ ਦੇ ਦਰ ਤੋਂ ਵੱਡਾ ਹਸਪੀਟਲ ਮੈਨੂੰ ਲੱਗਦਾ ਨਹੀਂ ਵੀ ਕੋਈ ਹੈਗਾ। ਤਾਂ ਇਹ ਕਮੀਆਂ ਘਾਟਾਂ ਦੇ ਵਿੱਚ ਆ ਕੇ ਇਨਸਾਨ ਸਮਝ ਲੈਂਦਾ ਵੀ ਸ਼ਾਇਦ ਇਹੀ ਗੱਲਬਾਤ ਹੋਣੀ ਹੈ, ਇਲਾਜ ਨਹੀਂ ਹੋਇਆ, ਜਾਂ ਇਹੀ ਗੱਲਬਾਤ ਹੋਣੀ ਹੈ ਵੀ ਇਦੋਂ ਵੱਡੇ ਹਸਪੀਟਲ ਚਲੇ ਜਾਂਦੇ, ਸ਼ਾਇਦ ਬਚ ਜਾਂਦੇ। ਤਾਂ ਜ਼ਿੰਦਗੀ ਦਾ ਇੱਕ ਕੜਵਾ ਸੱਚ ਹੈ, ਕਹਿੰਦੇ ਜਿਉਣਾ ਜਿਹੜਾ ਉਹ ਝੂਠ ਹੈ, ਜਿਹੜਾ ਮਰਨਾ ਉਹ ਸੱਚ ਹੈ। ਜਦੋਂ ਉਹਦਾ ਟਾਈਮ ਆ ਗਿਆ ਉਹ ਕਿਤੇ ਮਰਜ਼ੀ ਚਲੇ ਜਾਵੇ, ਉਹਨੇ ਜਾਣਾ ਹੀ ਜਾਣਾ। ਜਦੋਂ ਉਹਨੇ ਜਾਣਾ ਫਿਰ ਉਹਦਾ ਨਿਬੇੜਾ ਤਾਂ ਜਿਹੜਾ ਹੈਗਾ ਆਪਣੇ ਹਿਸਾਬ ਦੇ ਨਾਲ, ਔਰ ਉਸ ਰੋਗ ਦੇ ਹਿਸਾਬ ਦੇ ਨਾਲ, ਔਰ ਉਸ ਪਰਿਵਾਰ ਦੇ ਹਿਸਾਬ ਦੇ ਨਾਲ ਸਾਰਾ ਕੰਮ ਹੈ ਜਿਹੜਾ ਉਹ ਬੜੇ ਤਸੱਲੀ ਬਖਸ਼ ਕੀਤਾ ਜਾਂਦਾ। ਕਹਿ ਦਿੰਦੇ ਆ ਜਾਣ ਵਾਲਾ ਚਲੇ ਗਿਆ, ਪਰ ਉਸ ਤੋਂ ਬਾਅਦ ਉਹਦੀਆਂ ਕੁਝ ਅੱਛਾਈਆਂ ਦਾ ਪਤਾ ਲੱਗਦਾ। ਜਦੋਂ ਉਹਦੀ ਅੱਛਾਈਆਂ ਦਾ ਕੁਝ ਦਾ ਪਤਾ ਲੱਗਦਾ ਫਿਰ ਆਪਾਂ ਉੱਥੇ ਸੋਚਣ ਦੇ ਮਜਬੂਰ ਹੋ ਜਾਂਦੇ ਆ ਵੀ ਇਨਸਾਨ ਬੈਠਾ ਹੀ ਚੰਗਾ ਸੀਗਾ, ਚਾਹੇ ਉਹ ਚੰਗਾ ਚਾਹੇ ਉਹ ਮਾੜਾ। ਪਰ ਕਈ ਦੁੱਖ ਨੇ ਐਸੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਲਾ ਲੈਂਦਾ ਜਿਨ੍ਹਾਂ ਨੂੰ ਨਿਬੇੜ ਨਹੀਂ ਪਾਉਂਦਾ। ਫਿਰ ਇਹਨਾਂ ਕਮੀਆਂ ਘਾਟਾਂ 'ਚੋਂ ਬਾਹਰ ਨਿਕਲਣ ਵਾਸਤੇ ਆਖਰ ਨੂੰ ਜੁੜਨਾ ਉਹਨੂੰ ਆਪਣੇ ਆਪ ਦੇ ਨਾਲ ਹੀ ਪੈਂਦਾ। ਜਾਂ ਸਾਰੇ ਸਹਾਰੇ ਟੁੱਟ ਜਾਂਦੇ ਨੇ
ਫਿਰ ਜੁੜਨਾ ਉਹਨੂੰ ਆਪਣੇ ਆਪ ਦੇ ਨਾਲ ਹੀ ਪੈਂਦਾ। ਕਈ ਅਰਦਾਸਾਂ, ਕਈ ਬੇਨਤੀਆਂ ਆਪਾਂ ਉਸ ਅਰਦਾਸ ਦੇ ਵਿੱਚ, ਉਸ ਬੇਨਤੀ ਦੇ ਵਿੱਚ, ਉਸ ਪ੍ਰੇਅਰ ਦੇ ਵਿੱਚ, ਆਪਣੀ ਭਾਸ਼ਾ ਕੁਝ ਵੀ ਲੈ ਲਓ, ਉਹਦੇ ਵਿੱਚ ਆਪਾਂ ਉਸ ਪ੍ਰਮਾਤਮਾ ਦੇ ਅੱਗੇ ਰੱਖਦੇ ਹਾਂ, ਹੱਥ ਅੱਡਦੇ ਹਾਂ, ਝੋਲੀ ਅੱਡਦੇ ਹਾਂ। ਕੀ ਲੱਗਦਾ ਪ੍ਰਮਾਤਮਾ ਭਰ ਦਿੰਦਾ? ਕੋਈ ਜ਼ਰੂਰੀ ਤਾਂ ਨਹੀਂ ਹੈਗਾ ਵੀ ਉਹ ਭਰੂਗਾ। ਤਾਂ ਉਹ ਕੀ ਭਰ ਦਿੰਦਾ ਤੁਹਾਡੀ ਝੋਲੀ? ਉਹ ਜਦ ਭਰ ਦਿੰਦਾ ਜਦ ਕਹਿੰਦੇ ਉੱਠਦੇ ਬੈਠਦੇ ਨਹਾਉਂਦੇ ਧੋਂਦੇ ਕੁਝ ਵਿਚਾਰ ਮਨ ਦੇ ਵਿੱਚ ਲਿਆਂਦੇ ਤਾਂ ਉਹ ਪੂਰੇ ਹੋ ਗਏ। ਜਦੋਂ ਪੂਰੇ ਹੋ ਗਏ ਤਾਂ ਕਹਿਣ ਦਾ ਮਤਲਬ ਇਹ ਸੀ ਵੀ ਚੰਗੇ ਵਿਚਾਰ ਵੀ ਆਪਣੇ ਮਨ ਦੇ ਵਿੱਚ ਆਉਂਦੇ ਨੇ ਤਾਂ ਪ੍ਰਮਾਤਮਾ ਉਹਨਾਂ ਨੂੰ ਵੀ ਸੁਣਦਾ, ਮਾੜੇ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਸੁਣਦਾ। ਹੁਣ ਮਾੜੇ ਦਾ ਨਿਬੇੜਾ ਆਪਾਂ ਆਪਣੇ ਆਪ ਕਰਕੇ ਕਹਿ ਦਿੰਦੇ ਆ ਵੀ ਮੈਂ ਤਾਂ ਜ਼ਿੰਦਗੀ ਦੇ ਵਿੱਚ ਕੁਝ ਮਾੜਾ ਨਹੀਂ ਕੀਤਾ ਤਾਂ ਸ਼ਾਇਦ ਮੇਰਾ ਮਾੜਾ ਹੋ ਨਹੀਂ ਸਕਦਾ, ਤਾਂ ਮੇਰਾ ਮਾੜਾ ਕੋਈ ਕਰ ਨਹੀਂ ਸਕਦਾ। ਪਰ ਕਾਰਨ ਕੀ ਹੈ? ਫਸ ਉਹ ਵੀ ਜਾਂਦਾ ਜਿਹਨੇ ਕੁਝ ਕੀਤਾ ਨਹੀਂ, ਫਸ ਉਹ ਵੀ ਜਾਂਦਾ ਜਿਹਨੇ ਸਭ ਕੁਝ ਕੀਤਾ ਹੁੰਦਾ। ਫਿਰ ਰੋਗ ਦੁੱਖ ਤਕਲੀਫਾਂ ਕਸ਼ਟ ਦਾ ਕਾਰਨ ਕੀ ਹੈ? ਫਿਰ ਆਪਾਂ ਕਹਿ ਦਿੰਦੇ ਆ ਵੀ ਸ਼ਾਇਦ ਇਹ ਕੋਈ 84 ਭੁਗਤਦੇ ਪਏ ਆ, ਕਹਿ ਦਿੰਦੇ ਆ ਵੀ ਇਹ ਸ਼ਾਇਦ ਕਿਸੇ ਕਰਮਾਂ ਦਾ ਫਲ ਹੈ। ਕਰਮ ਕਿਹੜੇ? ਉਹ ਜਿਹੜੇ ਆਪਾਂ ਨੇ ਆਪੇ ਬਣਾਤੇ, ਆਪੇ ਨਿਬੇੜ ਲਿਆ। ਕਿਹੜੇ ਕਰਮ? ਉਹ ਜਿਨ੍ਹਾਂ ਨੂੰ ਲੱਗਦਾ ਪਿਆ ਵੀ ਉਹ ਕਰਮਾਂ ਦਾ ਫਲ ਕਹਿ ਦਿੰਦੇ ਆ, ਪਰ ਦੇਖਿਆ ਕਿਸੇ ਨੇ ਹੈ ਨਹੀਂ ਕਰਮਾਂ ਦਾ ਫਲ, ਵੀ ਕਰਮਾਂ ਦਾ ਫਲ ਹੈਗਾ ਕੀ। ਕਹਿੰਦੇ ਦੁੱਖ 'ਚ ਜਾਣ ਵਾਸਤੇ ਸੁੱਖ ਹੈ ਜਿਹੜਾ ਜਦੋਂ ਘਟਨਾ ਸ਼ੁਰੂ ਹੋ ਜਾਵੇ ਦੁੱਖ ਕੰਨੀ ਨੂੰ ਆਟੋਮੈਟਿਕਲੀ ਇਨਸਾਨ ਆਪਣੇ ਆਪ ਚਲੇ ਜਾਂਦਾ। ਕਹਿੰਦੇ ਜਦ ਪ੍ਰਮਾਤਮਾ ਬਾਂਹ ਫੜਦਾ ਫਿਰ ਥੋੜਾ ਟਾਈਮ ਲੱਗਦਾ। ਫਿਰ ਕਹਿੰਦਾ ਉਚਾਈ ਵਾਲੇ ਪਾਸੇ ਨੂੰ ਜਦੋਂ ਪ੍ਰਮਾਤਮਾ ਲੈ ਕੇ ਜਾਂਦਾ ਫਿਰ ਆਪਾਂ ਨੂੰ ਲੱਗਦਾ ਵੀ ਬੜੇ ਦੁੱਖ ਨੇ, ਬੜੀਆਂ ਕਸ਼ਟ ਨੇ, ਬੜੀਆਂ ਤਕਲੀਫਾਂ ਨੇ। ਫਿਰ ਇਨਸਾਨ ਕੀ ਕਹਿੰਦਾ ਵੀ ਇਹ ਜਿਹੇ ਦੁੱਖਾਂ ਦੇ ਨਾਲ ਤਾਂ ਪ੍ਰਮਾਤਮਾ ਵੀ ਮੈਨੂੰ ਛੱਡੇ ਦੇ। ਪ੍ਰਮਾਤਮਾ ਮੈਂ ਤੇਰੇ ਦਰ ਤੇ ਹੁਣ ਨਹੀਂ ਆ ਸਕਦਾ, ਮੈਂ ਤੇਰੇ ਦਰ ਤੇ ਬਸ ਆ ਕੇ ਥੱਕ ਗਿਆ। ਬੜੀਆਂ ਬੇਨਤੀਆਂ, ਬੜੀਆਂ ਮਿੰਨਤਾਂ ਤਰਲੇ ਕਰ ਲਏ, ਸ਼ਾਇਦ ਮੇਰਾ ਇਹ ਕੰਮ ਹੋਣਾ ਨਹੀਂ। ਫਿਰ ਪ੍ਰਮਾਤਮਾ ਕੀ ਕਰਦਾ? ਜੇ ਉਹ ਕਹਿੰਦੇ ਮੂੰਹ ਦੇ ਵਿੱਚ ਸਰਸਵਤੀ ਕਹਿੰਦੇ ਆ ਜਾਂਦੀ ਹੈ 24 ਘੰਟੇ 'ਚ ਇੱਕ ਵਾਰ ਮੂੰਹ ਦੇ ਉੱਤੇ ਆਉਂਦੀ ਹੈ, ਜੇ ਉਹ ਆ ਵੀ ਜਾਵੇ ਤਾਂ ਐਸੇ ਲਫ਼ਜ਼ ਨਿਕਲੇ ਹੋਏ ਪਾਰ ਹੋ ਜਾਂਦੇ ਨੇ। ਕਦੇ ਐਸੇ ਲਫ਼ਜ਼ ਨਿਕਲੇ ਹੋਏ ਪਾਰ ਹੁੰਦੇ ਨੇ ਤਾਂ ਹੁੰਦਾ ਕੀ ਹੈ ਕਿ ਕਹਿੰਦੇ ਪ੍ਰਮਾਤਮਾ ਛੱਡ ਦਿੰਦਾ। ਫਿਰ ਕਹਿੰਦਾ ਜਿਹੜੀ ਉਚਾਈ ਵਾਲੇ ਪਾਸੇ ਨੂੰ ਜਾ ਰਿਹਾ ਹੁੰਦਾ ਤਾਂ ਉਹਦੀ ਤਕਲੀਫ ਵੀ ਹੋਊਗੀ। ਜਦੋਂ ਰੜਾਉਣ ਵਾਲੇ ਪਾਸੇ ਨੂੰ ਆਉਂਦਾ, ਨੀਵੇਂ ਵਾਲੇ ਪਾਸੇ ਨੂੰ ਆਉਂਦਾ, ਨਮਾਨ ਵਾਲੇ ਪਾਸੇ ਨੂੰ ਆਉਂਦਾ ਤਾਂ ਤਿਲਕਣਬਾਜੀ ਦੀ ਤਰ੍ਹਾਂ ਬੜੀ ਤੇਜ਼ੀ ਨਾਲ ਥੱਲੇ ਜਾਂਦਾ। ਉਹਨੂੰ ਇਹ ਲੱਗਦਾ ਮੇਰੇ ਬੜੇ ਕੰਮ ਬਣ ਗਏ, ਵੀ ਸ਼ਾਇਦ ਉਸ ਪ੍ਰਮਾਤਮਾ ਦਾ ਦਰ ਛੱਡਣ ਤੋਂ ਬਾਅਦ ਮੇਰੇ ਬੜੇ ਕੰਮ ਬਣ ਗਏ, ਉਸ ਪ੍ਰਮਾਤਮਾ ਨੂੰ ਨਾ ਮੰਨਣ ਤੋਂ ਬਾਅਦ ਮੇਰੇ ਸਾਰੇ ਕੰਮ ਬਣਨੇ ਸ਼ੁਰੂ ਹੋ ਗਏ, ਵੀ ਸ਼ਾਇਦ ਪ੍ਰਮਾਤਮਾ ਕੋਈ ਬ੍ਰੇਕ ਲਾਈ ਬੈਠਾ ਸੀ। ਫਿਰ ਉਹ ਨਾਸਤਿਕ ਬਣ ਜਾਂਦਾ। ਫਿਰ ਉਹ ਕਹਿ ਦਿੰਦਾ ਵੀ ਹਾਂ ਸ਼ਾਇਦ ਜ਼ਿੰਦਗੀ ਦੇ ਵਿੱਚ ਕੁਝ ਪਾਉਣ ਵਾਸਤੇ ਕੁਝ ਖੋਣਾ ਬੜਾ ਜ਼ਰੂਰੀ ਹੈ। ਫਿਰ ਉਹ ਗਲਤੀਆਂ ਤੇ ਗਲਤੀਆਂ, ਗਲਤੀਆਂ ਤੇ ਗਲਤੀਆਂ ਕਰੀ ਜਾਂਦਾ। ਉਹਨੂੰ ਇਹ ਪਤਾ ਨਹੀਂ ਹੁੰਦਾ ਵੀ ਜ਼ਿੰਦਗੀ ਕਿੰਨੀ ਕੁ ਹੈ, 50 ਸਾਲ, 60 ਸਾਲ, 70 ਸਾਲ, 80 ਸਾਲ, 100 ਸਾਲ। ਇਦੋਂ ਬਾਅਦ ਕਿਹੋ ਜੂ ਥੱਕ ਜੂ, ਹਾਰ ਜੂ, ਬੁਢੇਪਾ ਜੂਆ। ਫਿਰ ਆਪਣੀ ਜ਼ਿੰਦਗੀ ਦਾ ਬਹਿ ਕੇ ਨਿਚੋੜ ਇਕੱਠਾ ਕਰਦਾ ਜਿਉਂਦੇ ਜੀ। ਇਹ ਪਤਾ ਲੱਗਦਾ ਵੀ ਜ਼ਿੰਦਗੀ 'ਚ ਗਲਤੀਆਂ ਤਾਂ ਬਹੁਤ ਕੀਤੀਆਂ, ਤੇ ਜ਼ਿੰਦਗੀ 'ਚ ਗਲਤੀਆਂ ਕੀਤੀਆਂ ਫਿਰ ਉਹਨਾਂ ਦੀ ਮਾਫੀ ਮੰਗਣ ਵਾਸਤੇ ਉਹ ਪ੍ਰਮਾਤਮਾ ਦੇ ਦਰ ਤੇ ਜਾਂਦਾ ਬਹੁਤ ਆ। ਤੇ ਕੀ ਲੱਗਦਾ ਇਹ ਪ੍ਰਮਾਤਮਾ ਦੇ ਦਰ ਤੇ ਜਾ ਕੇ ਉਹ ਮਾਫੀ ਮਿਲ ਜਾਂਦੀ ਹੈ। ਕਹਿੰਦੇ ਜੇ ਉਹ ਮਾਫੀ ਮਿਲ ਜਾਂਦੀ ਹੈ ਕੀ ਲੱਗਦਾ ਉਹ ਇੱਥੋਂ ਜਾਣ ਵਾਲਾ ਸਕੂਨ ਦੇ ਵਿੱਚ ਚਲੇ ਜਾਂਦਾ। ਕੀ ਲੱਗਦਾ ਉਹਦੀ ਜ਼ਿੰਦਗੀ ਦੇ ਵਿੱਚ ਜਿਹੜੇ ਦਿਨ ਮਾੜੇ ਆਏ ਹੁੰਦੇ ਨੇ ਉਹਨੂੰ ਲਿਆਉਣ ਦੀ ਵਜ੍ਹਾ ਕੀ ਹੁੰਦੀ ਹੈ ਨਹੀਂ ਪਤਾ ਲੱਗਦਾ। ਪਰ ਦੂਰੋਂ ਬਹਿ ਕੇ ਦੇਖਿਆ ਜਾਵੇ ਤਾਂ ਕਹਿੰਦਾ ਇੱਕ ਉਚਾਈ ਤੋਂ ਤਾਂ ਬੜੀ ਦੂਰ ਤੱਕ ਦਿਖਦਾ। ਜੇ ਕਹਿੰਦੇ ਹੋਰ ਉੱਪਰ ਜਾ ਕੇ ਦੇਖੀਏ, ਇੱਕ ਪਹਾੜੀ ਤੇ ਚੜ੍ਹ ਕੇ ਦੇਖੀਏ ਤਾਂ ਬੜੀ ਵਿਜ਼ੀਬਿਲਟੀ ਕਾਫੀ ਹੋ ਜਾਂਦੀ ਹੈ, ਬੜੀ ਦੂਰ ਤੱਕ ਆਪਾਂ ਬੜੇ ਸੌਖੇ ਢੰਗ ਨਾਲ ਦੇਖ ਸਕਦੇ ਹਾਂ। ਯਾਨੀ ਦੇਖਣ ਵਾਲਾ ਕਾਰਨ ਕੀ ਹੈ? ਜਦੋਂ ਬੁਢਾਪੇ ਵਿੱਚ ਜਾ ਕੇ ਜ਼ਿੰਦਗੀ ਨਿਕਲੀ ਹੁੰਦੀ ਆ ਤਾਂ ਫਿਰ ਉੱਥੇ ਨਿਚੋੜ ਨਿਕਲ ਆਉਂਦਾ ਵੀ ਭਾਈ ਉਸ ਬੱਚਿਆਂ ਨੂੰ ਸਮਝਾਉਂਦੇ ਨੇ ਵੀ ਦੁੱਖ ਦਾ ਕਾਰਨ ਕੀ ਬਣ ਸਕਦਾ। ਦੁੱਖ ਦਾ ਕਾਰਨ ਇਹ ਬਣ ਸਕਦਾ ਜਦ ਤੁਸੀਂ ਇਸ ਕਿਸੇ ਵੀ ਕਾਰਜ ਨੂੰ ਕਰਦੇ ਹੋ ਤੇ ਪ੍ਰਮਾਤਮਾ ਦਾ ਨਾਮ ਨਾਲ ਲੈ ਕੇ ਚੱਲੋ। ਪਰ ਅੱਜ ਦਾ ਬੱਚਾ ਕੀ ਕਹਿੰਦਾ? ਬੜੀ ਕਾਹਲ ਆ, ਬੜੀ ਕਾਹਲ ਆ। ਤਾਂ ਕਾਹਲ ਕਿੱਥੇ ਹੈ? ਕਾਹਲ ਇੱਥੇ ਵੀ ਹੈਗੀ ਹੈ, ਕਾਰ ਬਾਹਰ ਵੀ ਹੈਗੀ ਹੈ। ਕਾਹਲ ਦਾ ਮਤਲਬ ਕੀ ਹੈ? ਵੀ ਜੇ ਇਨਸਾਨ ਇੱਥੇ ਬੈਠਾ ਇੰਡੀਆ ਦੇ ਵਿੱਚ ਤਾਂ ਮਾਪਾ ਉਹਨੂੰ ਇਕੱਠੇ ਕਰੀ ਬੈਠਾ ਤਾਂ ਉਹਨੂੰ ਕਹਿੰਦੇ ਆ ਇੱਕ ਮੁੱਠੀ। ਔਰ ਜਿੱਥੇ ਇੱਕ ਮੁੱਠੀ ਹੋ ਗਿਆ ਤਾਂ ਉੱਥੇ ਪਰਿਵਾਰ ਕੀ ਹੈ? ਬੜਾ ਕਾਮਯਾਬ ਆ। ਉਹ ਪਰਿਵਾਰ ਬੜਾ ਕਾਮਯਾਬ ਆ, ਦੁੱਖ ਸੁੱਖ ਬੜੀ ਸਾਂਝ ਆ, ਉਹਨੂੰ ਕਹਿ ਦਿੰਦੇ ਆਪਾਂ ਪਰਿਵਾਰ ਆ। ਔਰ ਜਿੱਥੋਂ ਪਰਿਵਾਰ ਚੋਂ ਕਈ ਜੀ ਬਾਹਰ ਚਲੇ ਜਾਂਦੇ ਨੇ, ਕੋਈ ਕਿਤੇ ਚਲੇ ਗਿਆ, ਕੋਈ ਕਿਤੇ ਚਲੇ ਗਿਆ, ਕਹਿੰਦੇ ਸਮਝ ਆਪੋ ਆਪਣੀ। ਤਾਂ ਕਾਰਨ ਕੀ ਬਣਦਾ? ਕਾਰਨ ਇਹ ਬਣਦਾ ਕਹਿੰਦਾ 2-4 ਦਿਨ ਘਰ ਤੋਂ ਬਾਹਰ ਨਿਕਲਿਆ ਕੀ ਹੁੰਦਾ ਵੀ ਉਹ ਲਿੰਕ ਟੁੱਟ ਜਾਂਦੇ ਨੇ, ਉਹ ਕਨੈਕਸ਼ਨ ਘਰ ਦੇ ਨਾਲ ਟੁੱਟ ਜਾਂਦੇ ਨੇ। ਭਾਵੇਂ ਲੱਖ ਵੀਡੀਓ ਕਾਲਾਂ ਕਰੀ ਜਾਂਦੇ ਨੇ, ਭਾਵੇਂ ਲੱਖੋਂ ਫੋਨ ਕਰੀ ਜਾਂਦੇ ਨੇ, ਪਰ ਗੱਲਬਾਤ ਨਹੀਂ ਰਹਿੰਦੀ। ਉਹ ਸਿਆਣੇ ਦਾ ਡਰ ਨਹੀਂ ਰਹਿੰਦਾ, ਅੱਖ ਦੀ ਘੂਰ ਨਹੀਂ ਰਹਿੰਦੀ। ਜਦ ਅੱਖ ਦੀ ਘੂਰ ਨਹੀਂ ਰਹਿੰਦੀ ਫਿਰ ਕਿਤੇ ਨਾ ਕਿਤੇ ਉਹ ਕਮੀ, ਉਹ ਕਿਤੇ ਨਾ ਕਿਤੇ ਉਹ ਘਾਟ ਆਉਂਦੀ ਹੈ। ਫਿਰ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ ਦੇ ਵਿੱਚ ਇਹ ਸਰਾਫ ਆਪਾਂ ਆਪਣੀ ਜ਼ਿੰਦਗੀ ਨੂੰ ਆਪੇ ਲਾਈ ਬੈਠੇ ਹਾਂ ਵੀ ਇਹ ਘਰ ਦੇ 4 ਜੀ ਨੇ ਤਾਂ ਜੇਕਰ 2 ਬੱਚੇ ਨੇ, 2 ਬੱਚਿਆਂ ਨੂੰ ਆਪਾਂ ਕਿਤੇ ਭੇਜਤਾ ਬਾਹਰ ਤਾਂ ਕੀ ਖੱਟਿਆ, ਕੀ ਖੋਇਆ, ਕੀ ਪਾਇਆ। ਸੈੱਟ ਹੁੰਦਿਆਂ ਨੂੰ ਵੀ
3-4 ਸਾਲ ਮਾਮੂਲੀ ਜੀ ਗੱਲ ਆ, 5 ਸਾਲ ਨਿਕਲ ਜਾਂਦੇ ਨੇ। 5 ਸਾਲ ਦੇ ਵਿੱਚ ਫਿਰ ਉਹ ਮੁੜ ਕੇ ਉਹ ਪਰਿਵਾਰ ਦਾ ਜੀ ਨਾਲ ਰਲ ਨਹੀਂ ਪਾਉਂਦਾ, ਜਾਂ ਰਲ ਨਹੀਂ ਪਾਉਂਦਾ ਤਾਂ ਉਦੋਂ ਵੱਡਾ ਸਰਾਫ ਮੇਰੇ ਹਿਸਾਬ ਨਾਲ ਕੋਈ ਨਹੀਂ। ਜਾਣਾ ਤਾਂ ਸਾਰੇ ਜੀ ਜਾਓ, ਜੇ ਨਹੀਂ ਜਾਣਾ ਤਾਂ ਇੱਕ ਪਰਿਵਾਰ ਦੇ ਵਿੱਚ ਰਹਿ ਕੇ, ਇੱਕ ਮੁੱਠੀ ਰਹਿ ਕੇ ਮਿਹਨਤ ਕਰਦਾ ਤਾਂ ਇਨਸਾਨ ਕਿਤੇ ਵੀ ਕੁਝ ਮਿਲ ਸਕਦਾ। ਤਾਂ ਜਿਉਂਦੇ ਜੀ ਅੱਜ ਦੇ ਟਾਈਮ 'ਚ ਬਹੁਤ ਨੇ, ਦੁੱਖ ਬੜੇ ਬੜੇ ਲਾਏ ਹੋਏ ਨੇ, ਔਰ ਜਿਹਨੂੰ ਨਿਬੇੜਿਆ ਨਹੀਂ ਜਾ ਸਕਦਾ। ਕਮੀਆਂ ਘਾਟਾਂ ਕੀ ਨੇ? ਇਹ ਕਮੀਆਂ ਘਾਟਾਂ ਕਿਤੋਂ ਬਾਹਰੋਂ ਨਹੀਂ ਆਉਣੀਆਂ। ਇਹ ਕਮੀਆਂ ਘਾਟਾਂ ਇਨਸਾਨ ਆਪਣੇ ਆਪ ਜਿਉਂਦੇ ਜੀ ਆਪੇ ਇਕੱਠੀਆਂ ਕਰ ਲੈਂਦਾ। ਰੋਗ ਦੁੱਖ ਤਕਲੀਫਾਂ ਕਸ਼ਟ ਇੱਕ ਅਲੱਗ ਚੀਜ਼ ਹੈ। ਇੱਕ ਟੈਨਸ਼ਨ ਦਾ ਟੋਕਰਾ ਜਿਹੜਾ ਸਿਰ ਦੇ ਉੱਤੇ ਰੱਖਿਆ ਹੋਇਆ, ਉਹਦਾ ਵਜਨ ਕੀ ਹੈ, ਉਸ ਇਨਸਾਨ ਨੂੰ ਪਤਾ ਜਿਹਨੇ ਚੱਕਿਆ ਹੋਇਆ। ਜਿਹਨੇ ਚੱਕਿਆ ਹੀ ਨਹੀਂ ਤਾਂ ਉਹ ਫਿਰ ਲੋਕਾਂ ਨੂੰ ਤਾਂ ਸਮਝ ਲਓ ਟੀਚਰਾਂ ਹੀ ਕਰਦਾ ਫਿਰਦਾ, ਲੋਕਾਂ ਨੂੰ ਤਾਂ ਮਖੌਲੇ ਕਰਦਾ ਫਿਰਦਾ, ਲੋਕਾਂ ਨੂੰ ਤਾਂ ਉਹ ਬੋਲਦਾ ਹੀ ਫਿਰਦਾ। ਕਿਉਂ ਬੋਲਦਾ ਫਿਰਦਾ? ਕਿਉਂਕਿ ਉਹਨੂੰ ਦਿਖਦਾ ਪਿਆ ਵੀ ਮੇਰਾ ਬੋਲ ਬੋਲਿਆ ਹੋਇਆ ਸ਼ਾਇਦ ਇਹ ਸੁਧਰ ਜਾਊਗਾ। ਉਹ ਸੁਧਾਰਦਾ ਫਿਰਦਾ। ਜਦੋਂ ਸੁਧਾਰਦਾ ਫਿਰਦਾ ਉਹਨੂੰ ਇਹ ਖੁਦ ਪਤਾ ਹੀ ਨਹੀਂ ਲੱਗਦਾ, ਉਹ ਆਪ ਦਲਦਲ ਦੇ ਵਿੱਚ ਕਦ ਫਸ ਜਾਂਦਾ। ਇਹਨਾਂ ਕਮੀਆਂ ਘਾਟਾਂ 'ਚੋਂ ਬਾਹਰ ਨਿਕਲਣ ਵਾਸਤੇ ਜੁੜਨਾ ਆਖਰ ਪਰਮਾਤਮਾ ਨਾਲ ਹੀ ਪੈਣਾ। ਕਦੇ ਜਿਵੇਂ ਉਮਰ ਨਿਕਲ ਗਈ, ਉਸ ਉਮਰ ਨਿਕਲਣ ਤੋਂ ਬਾਅਦ ਫਿਰ ਜੁੜਨਾ ਉਸ ਪਰਮਾਤਮਾ ਨੇ ਪੈਣਾ। ਜਿਵੇਂ ਨਿਚੋੜ ਕਹਿੰਦੇ ਆਸਤੇ ਜਾ ਕੇ ਜ਼ਿੰਦਗੀ ਦਾ ਕੱਢਣਾ ਪੈਂਦਾ। ਫਿਰ ਸੋਚਣਾ ਪੈਂਦਾ ਵੀ ਜਿਹੜੀਆਂ ਕਮੀਆਂ ਜਿਹੜੀਆਂ ਘਾਟਾਂ ਮੈਨੂੰ ਆ ਗਈਆਂ, ਮੇਰੇ ਔਲਾਦ ਨੂੰ, ਮੇਰੇ ਬੱਚਿਆਂ ਨੂੰ, ਮੇਰੇ ਪਰਿਵਾਰ ਨੂੰ ਨਾ ਹੋਣ, ਮੇਰੇ ਉਸ ਜੀਆਂ ਨੂੰ ਨਾ ਹੋਣ। ਫਿਰ ਉਹ ਸਮਝਾਉਣਾ ਸ਼ੁਰੂ ਕਰ ਦਿੰਦਾ। ਅੱਜ ਦੇ ਟਾਈਮ ਦੇ ਵਿੱਚ ਇਸ ਕਾਲ ਦੇ ਵਿੱਚ ਉਹ ਬੱਚਾ ਨਹੀਂ ਸੁਣਦਾ। ਕਿਉਂ? ਕਿਉਂਕਿ ਕਾਲ ਜਿਹੜੀ ਬਹੁਤ ਅੱਜ ਦੇ ਟਾਈਮ ਦੇ ਵਿੱਚ ਚੱਲਦੀ ਪਈ ਹੈ। ਜੇ ਅੱਜ ਦੇ ਟਾਈਮ 'ਚ ਉਸ ਕਾਲ 'ਚ ਇਨਸਾਨ ਨਹੀਂ ਚੱਲਦਾ ਤਾਂ ਸ਼ਾਇਦ ਪਿੱਛੇ ਰਹਿ ਜਾਊਗਾ। ਜੇ ਉਹ ਪਿੱਛੇ ਰਹਿ ਜਾਊਗਾ, ਤੁਹਾਨੂੰ ਇਹ ਲੱਗਦਾ ਪਿਆ ਵੀ ਦੋਨੇ ਚੀਜ਼ਾਂ ਨੂੰ ਬੈਲੈਂਸ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਪਰਮਾਤਮਾ ਨਾਮ ਤਾਂ ਅੱਜ ਦੇ ਬੱਚੇ 'ਚ ਬੜਾ ਦੂਰ ਹੈ। ਉਹ ਇਸ ਕਰਕੇ ਦੂਰ ਹੈ ਕਿਉਂਕਿ ਅੱਜ ਦਾ ਬੱਚਾ ਜਿੰਨੀ ਦੇਰ ਉਹਨੂੰ ਕੋਈ ਲਾਲਚ ਨਹੀਂ ਹੈਗਾ, ਉਨੀ ਦੇਰ ਤਾਂ ਉਹ ਪਰਮਾਤਮਾ ਨਾਮ ਲੈ ਲੂਗਾ। ਔਰ ਜਿੱਦਣ ਲਾਲਚ ਵਾਲੀ ਜਗ੍ਹਾ ਦੇ ਉੱਤੇ ਸੂਈ ਆ ਗਈ, ਔਰ ਜਿੱਦਣ ਉਹਨੂੰ ਆਪਣੇ ਕਬੀਲਦਾਰੀਆਂ ਨਿਬੇੜਨ ਤੇ ਆ ਗਿਆ, ਜਾਂ ਉਹਨੂੰ ਆਪਣੀ ਜ਼ਿੰਮੇਵਾਰੀਆਂ ਤੇ ਆ ਗਿਆ, ਫਿਰ ਉਹ ਪਰਮਾਤਮਾ ਵਾਲੇ ਨਾਮ ਨੂੰ ਇੱਕ ਪਾਸੇ ਰੱਖ ਦਿੰਦਾ, ਕਦ ਰੱਖ ਦਿੰਦਾ, ਅੰਦਰ ਵਾਲੇ ਪਾਸੇ ਤੋਂ ਰੱਖ ਦਿੰਦਾ। ਰੋਜ਼ ਚਾਹੇ ਬੈਠ ਕੇ ਉਸ ਪਰਮਾਤਮਾ ਦੀ ਆਰਾਧਨਾ ਕਰੀ ਜਾਵੇ, ਰੋਜ਼ ਬੈਠ ਕੇ ਉਸ ਪਰਮਾਤਮਾ ਨੂੰ ਯਾਦ ਕਰੀ ਜਾਵੇ, ਪਰ ਦਿਲੋਂ ਉਹ ਕਰ ਨਹੀਂ ਪਾਉਂਦਾ। ਕਿਉਂ? ਕਿਉਂਕਿ ਉਹ ਆਰਾਮ ਭੁਲਾ ਦਿੰਦਾ ਉਸ ਸੁੱਖ ਨੂੰ ਜਿਹਦੇ ਵਿੱਚ ਆ ਕੇ ਉਹਨੇ ਸਾਰਾ ਕੁਝ ਪੂਰਾ ਕਰ ਲਿਆ। ਫਿਰ ਉਸ ਦੁੱਖ ਨੇ ਕਦ ਆ ਜਾਣਾ ਪਤਾ ਨਹੀਂ ਲੱਗਦਾ। ਜਿਹਨੂੰ ਨਿਬੇੜਦੇ ਕਹਿ ਦਿੰਦੇ ਆ ਫਿਰ ਇਹ ਕਰਮਾਂ ਦਾ ਫਲ ਆ, ਜਿਹਨੂੰ ਆਪਾਂ ਲੈ ਕੇ ਚੱਲਦੇ ਪਏ ਆ। ਰੋਗ ਦੁੱਖ ਤਕਲੀਫਾਂ ਕਸ਼ਟ ਇੱਕੋ ਜਿਹਾ ਹੈ। ਕਹਿੰਦੇ ਕੋਈ ਜ਼ਰੂਰੀ ਨਹੀਂ ਹੈਗਾ ਉਹ ਰੋਗ ਦੁੱਖ ਤਕਲੀਫਾਂ ਕਸ਼ਟ ਇੱਕ ਕਹਿੰਦੇ ਬੀਤੀ ਹੋਈ ਉਮਰ ਵਾਲੇ ਨੂੰ ਲੱਗੂਗਾ, ਕਹਿੰਦੇ ਬਜ਼ੁਰਗ ਹੋ ਗਏ ਹੁਣ ਲੱਗੂਗਾ। ਅੱਜ ਦੇ ਟਾਈਮ 'ਚ ਦੇਖਿਆ ਜਾਵੇ ਤਾਂ ਇਰਦ ਗਿਰਦ ਨਿਗਾਹ ਮਾਰੋ ਤਾਂ ਰੋਗ ਦੁੱਖ ਤਕਲੀਫਾਂ ਕਸ਼ਟ ਇੱਕ ਜੰਮਦੇ ਬੱਚੇ ਨੂੰ ਵੀ ਹੈਗਾ, ਤਾਂ ਰੋਗ ਦੁੱਖ ਤਕਲੀਫਾਂ ਕਸ਼ਟ ਇੱਕ ਮਿਡਲ ਏਜ ਵਾਲੀ ਨੂੰ ਵੀ ਹੈਗਾ, ਤਾਂ ਇੱਕ ਜੰਗਸਟਰ ਨੂੰ ਵੀ ਹੈਗਾ। ਤਾਂ ਇਹ ਰੋਗ ਦੁੱਖ ਤਕਲੀਫਾਂ ਕਸ਼ਟ ਇੱਕ ਵੱਡੀ ਉਮਰ ਵਾਲੇ ਨੂੰ ਵੀ ਹੈਗਾ। ਤਾਂ ਕਹਿ ਨਹੀਂ ਸਕਦੇ ਆਪਾਂ ਵੀ ਭਾਈ ਰੋਗ ਦੁੱਖ ਤਕਲੀਫਾਂ ਕਸ਼ਟ ਕੁਝ ਖਾ ਕੇ ਆ ਗਿਆ, ਪੀ ਕੇ ਆ ਗਿਆ, ਜਾਂ ਕਿਤੋਂ ਉੱਪਰੋਂ ਚੱਲ ਕੇ ਆ ਗਿਆ, ਜਾਂ ਕਿਸੇ ਨੇ ਕੁਝ ਕਰਤਾ ਹੈ। ਵਾਧੂ ਦੀਆਂ ਗੱਲਾਂ ਨੇ ਆਪਣੀ ਸੋਚ ਵਿੱਚ ਆ ਜਾਂਦੀਆਂ ਨੇ। ਆਪਾਂ ਸੋਚੀ ਜਾਂਦੇ ਹਾਂ ਵੀ ਰੋਗ ਦੁੱਖ ਤਕਲੀਫਾਂ ਕਸ਼ਟ ਕਿੱਥੋਂ ਆ ਗਿਆ। ਜੇ ਆ ਗਿਆ ਉਹਦਾ ਨਿਬੇੜਾ ਆਪਾਂ ਨਿਬੇੜ ਨਹੀਂ ਸਕਦੇ। ਸਾਰੀ ਜ਼ਿੰਦਗੀ ਇਸੇ ਕੰਮ ਦੇ ਵਿੱਚ ਨਿਕਲ ਜਾਂਦੀ ਹੈ। ਉਸ ਪਰਮਾਤਮਾ ਦੇ ਨਾਲ ਜੁੜਨ ਦੇ ਲਈ ਆਪਣੇ ਆਪ ਦੇ ਨਾਲ ਅੰਦਰੋਂ ਜੁੜ ਜਾਓ, ਔਰ ਜਿੱਦਣ ਆਪਣੇ ਆਪ ਦੇ ਨਾਲ ਅੰਦਰੋਂ ਜੁੜ ਜਾਓਗੇ ਉਦੋਂ ਹੀ ਕਾਮਯਾਬੀ ਪਾ ਜਾਓਗੇ। ਵਰਨਾ ਜ਼ਿੰਦਗੀ ਹੈ ਉਹ ਤਾਂ ਨਿਕਲ ਰਹੀ ਹੈ। ਇਹਨਾਂ ਕਮੀਆਂ ਘਾਟਾਂ ਚੋਂ ਨਿਕਲਣ ਵਾਸਤੇ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਬੜਾ ਜ਼ਰੂਰੀ ਹੈ। ਕੀ ਕਰਨਾ ਜ਼ਰੂਰੀ ਹੈ? ਆਪਣੇ ਆਪ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ। ਜਿੱਦਣ ਅਸੀਂ ਆਪਣੇ ਆਪ ਦੇ ਨਾਲ ਅੰਦਰੋਂ ਜੁੜ ਗਏ ਉਦੋਂ ਬਹੁਤ ਕੁਝ ਸਮਝ ਆਉਣ ਲੱਗ ਜਾਣਾ। ਫਿਰ ਉਹ ਕਿਤਾਬ ਖੋਲ੍ਹ ਲੈਣੀ ਹੈ ਆਪਾਂ ਨੇ, ਉਹ ਬੁੱਕ ਖੋਲ੍ਹ ਲੈਣੀ ਹੈ, ਉਹ ਨੈਟਵਰਕ ਦੇ ਨਾਲ ਜੁੜ ਜਾਣਾ। ਜਿਹੜਾ ਅੰਦਰ ਵਾਲਾ ਨੈਟਵਰਕ ਆ ਜਦ ਉਹਦੇ ਨਾਲ ਜੁੜ ਗਏ ਫਿਰ ਪੂਰਤੀ ਤੁਹਾਡੀ ਉਹ ਜ਼ਿੰਦਗੀ ਦੀ ਉਹ ਪੈ ਸਕਦੀ ਹੈ ਜੋ ਆਪਾਂ ਸੋਚ ਨਹੀਂ ਸਕਦੇ। ਸਾਰੀ ਜ਼ਿੰਦਗੀ ਇਸੇ ਵਾਸਤੇ ਨਿਕਲ ਜਾਂਦੀ ਹੈ। ਕਿੱਧਰ ਨੂੰ ਜਾਈਏ, ਕਿਹਦੇ ਮਗਰ ਜਾਈਏ, ਕਿੱਥੇ ਜਾਈਏ, ਕਿਹਦੇ ਮਗਰ ਲੱਗੀਏ, ਸਾਰੀ ਜ਼ਿੰਦਗੀ ਸੋਚਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਨਿਕਲ ਜਾਂਦੀ ਆ। ਉਹ ਟਾਈਮ ਨਿਕਲਦਾ ਇੰਨਾ ਕੁ ਨਿਕਲ ਜਾਂਦਾ ਵੀ ਉਮਰ ਬੀਤਣ ਵਾਲੀ ਹੋ ਜਾਂਦੀ ਹੈ। ਤਾਂ ਇਸ ਪਰਮਾਤਮਾ ਦੇ ਅੱਗੇ ਉਹ ਅਰਦਾਸ ਕਰੋ, ਬੇਨਤੀ ਕਰੋ ਵੀ ਉਹ ਪਰਮਾਤਮਾ ਤੁਹਾਨੂੰ ਵੀ ਭਾਈ ਸਭ ਨੂੰ ਇਹ ਰਾਸਤਾ ਦਿਖਾਵੇ। ਤਾਂ ਇਹਨਾਂ ਕਮੀਆਂ ਘਾਟਾਂ 'ਚੋਂ ਬਾਹਰ ਨਿਕਲਣ ਵਾਸਤੇ ਉਸ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਰਹੋ। ਇੱਕ ਦੁੱਖ ਦੇ ਵਿੱਚ ਜਾ ਕੇ ਵੀ ਉਸ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਆ ਤਾਂ ਸੁੱਖ ਉਹਨੇ ਕਿਹੜੀ ਘੜੀ ਦੇ ਦੇਣਾ ਪਤਾ ਨਹੀਂ ਲੱਗਦਾ। ਕਹਿੰਦੇ ਪੇਪਰ ਪਾਇਆ ਇਨਸਾਨ ਨੇ ਤਾਂ ਫੇਲ ਹੋਣ ਦੀ ਇੱਛਾ ਨਹੀਂ ਰੱਖਦਾ, ਜਾਂ ਫੇਲ ਹੋਣ ਦੀ ਇੱਛਾ ਨਹੀਂ ਰੱਖਦਾ ਕਰਨ ਵਾਲਾ। ਜਦ ਕਰਨ ਵਾਲਾ ਫੇਲ ਹੋਣ ਦੀ ਇੱਛਾ ਨਹੀਂ ਰੱਖਦਾ ਤਾਂ ਅਗਰ ਦੋਸ਼ ਦੇਣਾ ਹੋਵੇ ਤਾਂ ਕਹਿ ਦਿੰਦੇ ਆ ਵੀ ਜਿਹਨੇ ਪੇਪਰ ਪਾਇਆ ਤਾਂ ਉਹਨੇ ਟੱਫ ਪਾਇਆ, ਬੜਾ ਔਖਾ ਪਾਇਆ ਏ, ਤਾਂ ਉਹ ਸੁਲਝਿਆ ਨਹੀਂ ਤਾਂ ਆਪਾਂ ਕਹਿ ਦਿੰਦੇ ਆ ਵੀ ਜ਼ਿੰਦਗੀ ਦੇ ਵਿੱਚ ਸ਼ਾਇਦ ਮਿਹਨਤ ਨਹੀਂ ਕੀਤੀ। ਤਾਂ ਮਿਹਨਤ ਆਪਣੀ ਕਰਦੇ ਚਲੇ ਜਾਓ। ਕਮੀਆਂ ਘਾਟਾਂ 'ਚੋਂ ਬਾਹਰ ਨਿਕਲਣ ਵਾਸਤੇ ਉਹ ਪਰਮਾਤਮਾ ਵੀ ਪੇਪਰ ਪਾਉਂਦਾ। ਤਾਂ ਇਹ 'ਚ ਕਾਮਯਾਬ ਹੋਣ ਲਈ ਹਿੰਮਤ ਨਾ ਹਾਰੋ। ਦੁੱਖਾਂ ਸੁੱਖਾਂ ਦੀ ਜ਼ਿੰਦਗੀ ਇਹ ਚੱਲਦੀ ਰਹਿਣੀ ਹੈ। ਕਹਿੰਦੇ ਸਾਰੇ ਦਿਨ ਦੇ ਵਿੱਚ ਦੁੱਖ ਦੇਖ ਲਿਆ, ਇੱਕ ਆ ਗਈ ਰਾਤ ਜਿਹਦੇ ਵਿੱਚ ਸੌਣ ਤੋਂ ਬਾਅਦ ਆਰਾਮ ਹੋ ਗਿਆ।
ਤਾਂ ਜਿਵੇਂ ਕਹਿੰਦੇ ਫੋਨ ਸੁੱਚ ਆਫ ਕਰ ਲਿਆ, ਔਨ ਕਰ ਲਿਆ, ਉਹ ਕਹਿਣਾ ਫੋਨ ਨੈਟਵਰਕ ਫੜ ਲੈਂਦਾ, ਫੋਨ ਆਪਣੀ ਜਗ੍ਹਾ ਤੇ ਆਪ ਮੁੜ ਚੱਲ ਪੈਂਦਾ। ਉਹ ਸਾਰੇ ਟਾਵਰ ਉਹਦੇ ਆ ਜਾਂਦੇ ਨੇ, ਇੱਕ ਨਹੀਂ ਇਨਸਾਨ ਦੇ ਟਾਵਰ ਰਾਤ ਨੂੰ ਸੌਣ ਤੋਂ ਬਾਅਦ ਸਵੇਰੇ ਆ ਜਾਂਦੇ ਨੇ। ਕਹਿੰਦੇ ਅੱਜ ਦਾ ਦਿਨ ਜੇ ਦੁੱਖ ਦੇ ਵਿੱਚ ਨਿਕਲ ਗਿਆ ਤਾਂ ਫਿਰ ਕੀ ਹੋ ਗਿਆ, ਕੱਲ ਦਾ ਦਿਨ ਬੜੇ ਸੁੱਖ ਦੇ ਵਿੱਚ ਹੋਊਗਾ। ਇਹ ਰੋਜ਼ ਇਹ ਸੋਚਦੇ ਹੋਏ ਇਹ ਜ਼ਿੰਦਗੀ ਨਿਕਲਦੀ ਚਲੀ ਜਾਵੇ ਤਾਂ ਬਿਹਤਰ ਹੋਊਗੀ। ਇਹਨਾਂ ਕਮੀਆਂ ਘਾਟਾਂ 'ਚੋਂ ਬਾਹਰ ਨਿਕਲਣ ਵਾਸਤੇ ਟੱਕਰਾਂ ਮਾਰਨ ਦੀ ਜ਼ਰੂਰਤ ਨਹੀਂ, ਵੱਧ ਤੋਂ ਵੱਧ ਆਪਣੇ ਆਪ ਦੇ ਨਾਲ ਜੁੜ ਕੇ ਚੱਲੋ, ਜਿੰਨਾ ਵੀ ਜੁੜ ਸਕਦੇ ਹੋ ਆਪਣੇ ਆਪ ਨਾਲ ਜੁੜ ਕੇ ਚੱਲੋ ਤਾਂ ਜ਼ਿੰਦਗੀ ਬੜੀ ਸਾਫ਼ ਸੁਥਰੀ ਹੋ ਜਾਣੀ ਹੈ। ਧੰਨਵਾਦ। ਮੌਜਾਂ ਕਰੋ, ਖੁਸ਼ ਰਹੋ।